ਇੱਕ ਦੂਸਰੇ ਨੂੰ ਦੇਖਦੇ ਹੋਇਆਂ ਕਦੀ ਸਾਨੂੰ ਕਿਸੇ ਦੀ ਕੋਈ ਆਦਤ ਪਸੰਦ ਨਹੀਂ ਆਉਂਦੀ, ਕਿਸੇ ਦਾ ਕੋਈ ਰਵੱਈਆ ਨਹੀਂ ਪਸੰਦ ਹੁੰਦਾ। ਔਰ ਇਹ ਵਿਦਨ ਫੈਮਿਲੀ ਆਪਣੇ ਘਰ ਵਿੱਚ ਵੀ ਮੁਮਕਿਨ ਹੈ ਔਰ ਆਪਣੇ ਘਰ ਤੋਂ ਬਾਹਰ ਸੁਸਾਇਟੀ ਦੇ ਵਿੱਚ ਵੀ ਮੁਮਕਿਨ ਹੈ। ਕਿਸੇ ਵਰਕ ਪਲੇਸ 'ਤੇ ਜਿੱਥੇ ਤੁਸੀਂ ਨੌਕਰੀ ਕਰਦੇ ਹੋ ਉੱਥੇ ਵੀ ਮੁਮਕਿਨ ਹੈ। ਤੁਸੀਂ ਕਿਤੇ ਸਫ਼ਰ ਕਰ ਰਹੇ ਹੋ ਉੱਥੇ ਵੀ ਸੂਰਤ ਹਾਲ ਜਿਹੜੀ ਉਹ ਡਿਵੈਲਪ ਹੋ ਸਕਦੀ ਹੈ। ਪਸੰਦੀਦਗੀ ਅਤੇ ਨਾਪਸੰਦੀਦਗੀ। ਹੁਣ ਬੰਦਾ ਇਹ ਇਰਾਦਾ ਕਰਦਾ ਹੈ ਕਿ ਮੇਰਾ ਫਲਾਂ ਅਜ਼ੀਜ਼ ਮੇਰੇ ਬਹੁਤ ਕਰੀਬ ਹੈ ਔਰ ਮੇਰੀ ਨਜ਼ਰ ਦੇ ਵਿੱਚ ਉਹਦਾ ਇਹ ਰਵੱਈਆ ਅੱਛਾ ਨਹੀਂ ਜਾਂ ਉਹਦੀ ਇਹ ਆਦਤ ਅੱਛੀ ਨਹੀਂ, ਔਰ ਉਹਦੀ ਖਾਹਿਸ਼ ਹੁੰਦੀ ਹੈ ਤੁਹਾਡੀ ਕਿ ਮੈਂ ਕੋਸ਼ਿਸ਼ ਕਰਕੇ ਅਗਰ ਇਹਦੀ ਆਦਤ ਇਹਦਾ ਰਵੱਈਆ ਦਰੁਸਤ ਕਰ ਦੇਵਾਂ ਅਤੇ ਇਹਦੇ 'ਚ ਇਹਦਾ ਭਲਾ ਹੈ। ਇਹ ਐਸਾ ਇਨਸਾਨ ਨਹੀਂ ਜਿਹਨੂੰ ਇਹ ਅੱਛਾ ਨਾ ਲੱਗੇ ਕਿ ਜੀ ਚੰਗੀਆਂ ਖਬਰਾਂ ਮੈਨੂੰ ਕੋਈ ਦੱਸੇ, ਮੇਰੇ ਬਾਰੇ 'ਚ ਕੋਈ ਚੰਗੀ ਗੱਲ ਕਰੇ, ਮੇਰੇ ਮੁਸਤਕਬਲ ਦੇ ਬਾਰੇ 'ਚ ਕੋਈ ਮੈਨੂੰ ਉਮੀਦ ਦਿਲਾਵੇ, ਕੋਈ ਹੌਸਲਾ ਸ਼ਿਕਨੀ ਨਾ ਕਰੇ, ਮੇਰੀ ਹੌਸਲਾ ਅਫਜ਼ਾਈ ਕਰੇ। ਕਿਸੇ ਅਜ਼ੀਜ਼ ਦੀ, ਕਿਸੇ ਦੋਸਤ ਦੀ ਉਹਦੇ ਵਿੱਚ ਕੋਈ ਭੈੜੀ ਆਦਤ ਹੈ ਜਾਂ ਉਹਦੇ ਵਿੱਚ ਕੋਈ ਉਹਦੇ ਭੈੜੇ ਰਵੱਈਏ ਨੇ ਤੇ ਉਹਨਾਂ ਨੂੰ ਅਸੀਂ ਐਡਰੈਸ ਕਰਨਾ ਹੈ ਔਰ ਉਹਨਾਂ ਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਨੀ ਹੈ। ਇੱਕ ਉਹਦਾ ਤਰੀਕਾ ਕਿ ਤੁਸੀਂ ਉਹਦੀ ਡਾਰਕ ਸਾਈਡ 'ਤੇ ਚਲੇ ਜਾਓ, ਉਹਨੂੰ ਵਾਰਨਿੰਗਸ ਦੇਣਾ ਸ਼ੁਰੂ ਕਰ ਦਿਓ ਕਿ ਜੇ ਤੂੰ ਇਹ ਕੰਮ ਕੀਤਾ ਤਾਂ ਤੇਰਾ ਇਹ ਨੁਕਸਾਨ ਹੋਏਗਾ, ਜੇ ਤੂੰ ਇਹ ਕੀਤਾ ਤੇਰਾ ਇਹ ਨੁਕਸਾਨ ਹੋਏਗਾ। ਦੂਸਰੀ ਸਾਈਡ ਇਹ ਆ ਕਿ ਤੁਸੀਂ ਉਹਦੀ ਬਰਾਈਟ ਸਾਈਡ 'ਤੇ ਆਉਂਦੇ ਹੋ ਕਿ ਅਗਰ ਤੂੰ ਇਹ ਕੰਮ ਕਰੇਗਾ ਤਾਂ ਤੈਨੂੰ ਇਹ ਬੈਨੀਫਿਟਸ ਮਿਲਣਗੇ, ਜਿਹੜੀ ਰੋਸ਼ਨ ਸਾਈਡ ਇਹਦੀ। ਔਰ ਜਦੋਂ ਰੋਸ਼ਨ ਸਾਈਡ 'ਤੇ ਤੁਸੀਂ ਤਜ਼ਕਰਾ ਕਰੋਗੇ ਨਾ ਅਤੇ ਉਹਦੇ 'ਚ ਇੱਕ ਉਮੀਦ ਪੈਦਾ ਹੋਏਗੀ। ਉਹ ਡਿਫੈਂਸਿਵ ਨਹੀਂ ਹੋਏਗਾ, ਉਹ ਇਹ ਨਹੀਂ ਕਿ ਆਪਣੇ ਆਪ 'ਤੇ ਖੌਲ ਚੜ੍ਹਾ ਕੇ ਤੁਹਾਨੂੰ ਅਵੋਇਡ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਇਹਦੇ ਵਿੱਚ ਤਿੰਨ ਚੀਜ਼ਾਂ ਐਸੀਆਂ ਨੇ, ਤਿੰਨ ਰਵੱਈਏ ਐਸੇ ਨੇ ਕਿ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ, ਤਿੰਨ ਪੈਰਾਮੀਟਰਸ ਕਹਿ ਲਓ। ਪਹਿਲੀ ਹੈਗੀ ਕਿ ਸੋਸ਼ਲ ਇਨਸੈਂਟਿਵਸ ਉਹਨੂੰ ਦਿਓ ਤੁਸੀਂ ਕਿ ਭਾਈ ਜੰਕ ਫੂਡ ਤੂੰ ਖਾਣਾ, ਜ਼ਾਹਿਰ ਹੈ ਤੈਨੂੰ ਪਸੰਦ ਹੈ, ਤੂੰ ਖਾਣਾ। ਅਤੇ ਸਾਡੇ ਇੱਥੇ ਅਕਸਰੀਅਤ ਉਹ ਲੋਕ ਨੇ ਜਿਹੜੇ ਜੰਕ ਫੂਡ ਨਹੀਂ ਖਾਂਦੇ ਅਤੇ ਯਾਰ ਉਹ ਬੜੇ ਖੂਬਸੂਰਤ ਉਹਨਾਂ ਦਾ ਸਾਰੇ ਹੈਲਥ ਪੈਰਾਮੀਟਰਸ, ਉਹਨਾਂ ਦੀ ਵਾਕ, ਉਹਨਾਂ ਦਾ ਫਿਰਨਾ ਟੁਰਨਾ, ਦੇ ਆਰ ਸੋ ਫਿੱਟ ਕਿ ਬੰਦੇ ਨੂੰ ਰਸ਼ਕ ਆਉਂਦਾ ਉਹਨਾਂ ਵੱਲ ਵੇਖ ਕੇ। ਔਰ ਦੂਸਰਾ ਉਹਦਾ ਪਹਿਲੂ ਜਿਹੜਾ ਨੈਗੇਟਿਵ ਪਹਿਲੂ ਹੈ ਕਿ ਤੁਸੀਂ ਕਹੋ ਕਿ ਜੀ ਜਿਹੜਾ ਜੰਕ ਫੂਡ ਖਾਂਦਾ ਹੈ ਉਹਦੇ ਵਿੱਚ ਜਿਹੜੇ ਨੇ ਹੈਲਥ ਇਸ਼ੂਜ਼ ਹੁੰਦੇ ਨੇ, ਉਹਦੇ 'ਚ ਕੋਲੈਸਟਰੋਲ ਵੱਧ ਜਾਂਦਾ, ਉਹਦੇ 'ਚ ਸ਼ੂਗਰ ਹੋ ਜਾਂਦੀ ਹੈ, ਉਹ ਮੋਟਾਪਾ ਆ ਜਾਂਦਾ, ਬੰਦਾ ਬੁਰਾ ਲੱਗਣ ਲੱਗ ਪੈਂਦਾ, ਉਹਨੂੰ ਐਕਸੈਪਟ ਨਹੀਂ ਕਰੇਗਾ ਉਹ। ਜਦੋਂ ਤੁਸੀਂ ਇਹੋ ਜਿਹੀ ਡਾਰਕ ਸਾਈਡ ਦੀ ਗੱਲ ਕਰੋਗੇ ਨਾ ਅਤੇ ਉਹ ਹਮੇਸ਼ਾ ਫਾਈਟ, ਫਲਾਈਟ ਜਾਂ ਸਾਇਲੈਂਟ, ਯਾਨੀ ਜਾਂ ਤੁਹਾਡੇ ਨਾਲ ਲੜ ਪਏਗਾ, ਜਾਂ ਤੁਹਾਡੇ ਕੋਲੋਂ ਇਨਡਿਫਰੈਂਟ ਹੋ ਜਾਏਗਾ, ਤੁਹਾਡੀ ਗੱਲ ਹੀ ਨਹੀਂ ਸੁਣੇਗਾ, ਜਾਂ ਰਾਹੇ ਫਰਾਰ ਇਖਤਿਆਰ ਕਰ ਲਏਗਾ ਫਲਾਈਟ, ਅਤੇ ਜਾਂ ਸਾਇਲੈਂਟ ਹੋ ਜਾਏਗਾ, ਚੁੱਪ ਕਰਕੇ ਸ਼ੁਤਰਮਰਗ ਨੂੰ ਤੁਹਾਡੀ ਗੱਲ ਸੁਣ ਲਏਗਾ, ਲੇਕਿਨ ਚੁੱਪ ਕਰਕੇ ਨਾ ਹੌਲੀ ਹੌਲੀ ਕੰਮ ਆਪਣਾ ਜਾਰੀ ਰੱਖੇ ਕਿਉਂਕਿ ਉਹਦੇ ਰਵੱਈਏ 'ਚ ਉਹਦੀ ਆਦਤ ਤਬਦੀਲੀ ਨਹੀਂ ਆਏਗੀ। ਕਿ ਜਦੋਂ ਤੁਸੀਂ ਇਹ ਵੇਖੋਗੇ ਨਾ ਕਿ ਅਕਸਰੀਅਤ ਇਹ ਕਰਦੇ ਨੇ, ਅਕਸਰੀਅਤ ਨੂੰ ਇਹ ਸ਼ੈ ਪਸੰਦ ਹੈ ਔਰ ਉਹ ਇਹੋ ਜਿਹੇ ਲੱਗਦੇ ਨੇ ਅਤੇ ਉਹਦਾ ਕੁਦਰਤੀ ਤੌਰ 'ਤੇ ਇਨਸਾਨੀ ਫਿਤਰਤ ਹੈ ਕਿ ਉਹ ਉਸ ਪਾਸੇ ਆਉਣ ਦੀ ਕੋਸ਼ਿਸ਼ ਕਰੇਗਾ ਕਿ ਮੈਂ ਵੀ ਉਹੋ ਜਿਹਾ ਹੀ ਲੱਗਾ। ਇਸੇ ਤਰ੍ਹਾਂ ਹੀ ਅਗਰ ਤੁਸੀਂ ਐਕਸਰਸਾਈਜ਼ ਦੀ ਗੱਲ ਕਰਦੇ ਹੋ, ਤੁਸੀਂ ਉਹਦਾ ਇਹ ਬੈਨੀਫਿਟ ਦੱਸਣ ਦੀ ਬਜਾਏ ਕਿ ਐਕਸਰਸਾਈਜ਼ ਨਹੀਂ ਕਰੇਗਾ ਅਤੇ ਤੂੰ ਇਹ ਹੋ ਜਾਏਗਾ, ਤੈਨੂੰ ਇਹ ਹੋ ਜਾਏਗਾ, ਤੈਨੂੰ ਇਹ ਹੋ ਜਾਏਗਾ। ਤੁਸੀਂ ਇਸ ਪਾਸੇ ਆਓ ਕਿ ਐਕਸਰਸਾਈਜ਼ ਜਿਹੜੇ ਕਰਦੇ ਨੇ ਉਹ ਇਹੋ ਜਿਹੇ ਲੱਗਦੇ ਨੇ। ਤੁਸੀਂ ਉਹਦੇ ਵਾਸਤੇ, ਉਹਦੀ ਮੋਟੀਵੇਸ਼ਨ ਵਾਸਤੇ ਕੋਈ ਜਿਹੜੇ ਮਾਡਲ ਸਪੋਰਟਸਮੈਨ ਨੇ ਤੁਸੀਂ ਉਹਨਾਂ ਦੀ ਗੱਲ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਇੱਕ ਬੜਾ ਅਹਿਮ ਇਸ਼ੂ ਹੈ ਜਿਵੇਂ ਕਿ ਸਾਡੇ ਘਰਾਂ ਦੇ ਵਿੱਚ ਬਦਕਿਸਮਤੀ ਦੇ ਨਾਲ ਬੱਚੇ ਵੀ ਸਾਡੇ ਜਿਹੜੇ ਨੇ ਉਹ ਇਸ ਗੱਲਾਂ 'ਤੇ ਆ ਗਏ ਨੇ ਕਿ ਉਹਨਾਂ ਨੇ ਸਿਗਰਟ ਵਾਲੇ ਪਾਸੇ ਕਿ ਸਿਗਰਟ ਪੀਣਾ ਇਹ, ਜਾਂ ਪੇਰੈਂਟਸ ਵੀ ਪੀਂਦੇ ਨੇ ਸਿਗਰਟ, ਅਤੇ ਚੇ ਜਾਏ ਕਿ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਸਿਗਰਟ ਪੀਏਗਾ ਤਾਂ ਤੈਨੂੰ ਕੈਂਸਰ ਹੋ ਜਾਣਾ, ਤੂੰ ਮਰ ਜਾਣਾ। ਉਹ ਰਾਹ ਤਲਾਸ਼ ਕਰੇਗਾ ਦੱਸਣ ਦੀ, ਛੱਡ ਮੈਂ ਜਾਣਦਾ ਇਹੋ ਜਿਹੀ ਥਿਊਰੀਆਂ ਨੂੰ, ਮੇਰਾ ਦਾਦਾ ਮੇਰਾ ਅੱਬਾ ਪੀਂਦਾ ਸੀ, 100 ਸਾਲ ਦਾ ਹੋ ਕੇ ਫੌਤ ਹੋਇਆ। ਉਹ ਤੋਜ਼ੀਹਾਤ ਤਲਾਸ਼ ਕਰੇਗਾ ਨਾ। ਇਸੇ ਤਰ੍ਹਾਂ ਵਰਜ਼ਿਸ਼ ਵਾਲੇ ਵੀ ਤੋਜ਼ੀਹਾਤ ਕਿ ਫਲਾਣਾ ਕਿਹੜਾ ਕਰਦਾ ਸੀ ਵਰਜ਼ਿਸ਼, 70 ਸਾਲ ਦਾ ਹੋ ਕੇ ਮਰਿਆ।
ਫਿਰ ਹੋਰ ਤੁਸੀਂ ਹੱਥ ਜਿਹੜੀਆਂ ਜੰਕ ਫੂਡ ਦਾ ਕੀ ਹੈ ਕਿ ਜੀ ਉਹ ਫਲਾਣੇ ਜਿਹੜਾ ਫਾਸਟ ਫੂਡ ਰੈਸਟੋਰੈਂਟ ਹੈ ਉਹਦਾ ਜਿਹੜਾ ਮਾਲਕ ਸੀ ਉਹ ਇੰਨੇ ਸਾਲ ਤੱਕ ਜਿੰਦਾ ਰਿਹਾ। ਇਹ ਡਿਫੈਂਸਿਵ ਹੋ ਜਾਏਗਾ, ਤੁਹਾਡੀ ਗੱਲ ਸੁਣੇਗਾ ਨਹੀਂ। ਉਹ ਤੁਸੀਂ ਉਹਨੂੰ ਬਰਾਈਟ ਸਾਈਡ 'ਤੇ ਲੈ ਕੇ ਆਓਗੇ ਨਾ ਤੇ ਤੁਹਾਡੀ ਉਹ ਗੱਲ ਸੁਣੇਗਾ। ਹੁਣ ਇਹਦੇ 'ਚ ਹੈਗਾ ਸੋਸ਼ਲ ਇਨਸੈਂਟਿਵਸ, ਇਹ ਹੋ ਗਿਆ ਜਿਹੜਾ ਤੁਹਾਨੂੰ ਮੈਂ ਦੱਸੇ ਨੇ। ਦੂਸਰਾ ਹੈਗਾ ਕਿ ਉਹਨੂੰ ਇਮੀਡੀਏਟ ਰਿਵਾਰਡ 'ਤੇ ਲਾਓ। ਉਹ ਇਮੀਡੀਏਟ ਰਿਵਾਰਡ 'ਤੇ ਲਾਉਣ ਦਾ ਮਤਲਬ ਇਹ ਹੈ ਕਿ ਵਕਤੀ ਤੌਰ 'ਤੇ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਮਿਸਾਲ ਦੇ ਤੌਰ 'ਤੇ ਉਹ ਵਰਜਿਸ਼ ਨਹੀਂ ਕਰਦਾ, ਉਹਨੂੰ ਨਾਲ ਲੈ ਜਾਓ ਅਤੇ ਵਰਜਿਸ਼ ਕਰਨ ਤੋਂ ਬਾਅਦ ਉਹਨੂੰ ਜੂਸ ਪਿਲਾਓ, ਉਹਨੂੰ ਕੋਈ ਅੱਛੀ ਹੈਲਦੀ ਸ਼ੈ ਉਹਨੂੰ ਪਿਲਾ ਦਿਓ, ਜਾਂ ਉਹਨੂੰ ਕਹੇ ਕਿ ਭਾਈ ਤੂੰ ਐਜ ਵਰਜਿਸ਼ ਤੂੰ ਰੈਗੂਲਰ ਅੱਧਾ ਘੰਟਾ ਪੌਣਾ ਘੰਟਾ ਕਰੇਗਾ ਨਾ ਅਤੇ ਮੈਂ ਪੁੱਤਰ ਤੈਨੂੰ ਇੰਨਾ ਪੋਕਟ ਮਨੀ ਤੇਰੀ ਮੈਂ ਵਧਾ ਦਿਆਂਗਾ, ਤੇਰੇ ਮੈਂ ਇਹ ਇਨਸੈਂਟਿਵ ਜਿਹੜਾ ਇਮੀਡੀਏਟ ਰਿਵਾਰਡ ਤੈਨੂੰ ਮਿਲਣਾ ਸ਼ੁਰੂ ਹੋ ਜਾਏਗਾ। ਇਹ 3-4 ਮਹੀਨੇ 6 ਮਹੀਨੇ ਜਦੋਂ ਕਰੇਗਾ ਨਾ ਫਿਰ ਉਹ ਰਿਵਾਰਡ ਬੰਦ ਵੀ ਹੋ ਜਾਏਗਾ ਨਾ, ਅਤੇ ਉਹਦੀ ਆਦਤ ਡਿਵੈਲਪ ਹੋ ਚੁੱਕੀ ਹੋਏਗੀ। ਉਹ ਜਿਹੜਾ ਉਸ ਪਾਸੇ ਆ ਜਾਏਗਾ ਕਿ ਉਹ ਵਰਜਿਸ਼ ਵਗੈਰਾ ਆਪ ਹੀ ਸ਼ੁਰੂ ਕਰ ਦੇਗਾ, ਜੰਕ ਫੂਡ ਵਗੈਰਾ ਆਪ ਛੱਡ ਦੇਗਾ। ਔਰ ਸਿਗਰਟ ਵਾਲੇ ਕੰਮ ਵੀ ਹੋਈ ਕਿ ਫੌਰੀ ਤੌਰ 'ਤੇ ਤੁਸੀਂ ਤਵੱਕੋ ਰੱਖੋ ਕਿ ਪਹਿਲੇ ਦਿਨ ਉਹ ਛੱਡ ਕੇ ਲਾਂਭੇ ਹੋ ਜਾਏ। ਨਹੀਂ, ਤੁਸੀਂ ਉਹਨੂੰ ਬਰਾਈਟ ਸਾਈਡ ਦਿਖਾ ਸਕਦੇ ਹੋ ਕਿ ਯਾਰ ਕੋਈ ਬੰਦਾ ਵੀ ਜਿਹੜਾ ਨਾ ਉਹ ਫਲਾਣੇ ਨੇ ਜਿਹੜਾ ਸਿਗਰਟ ਛੱਡੇ ਅਤੇ ਉਹ ਅੱਗੋਂ ਦੇ ਬੱਚੇ ਜਿਹੜੇ ਇਸ ਪਾਸੇ ਲੱਗਣ ਡਏ ਸਨ ਉਹਨਾਂ ਵੀ ਛੱਡਤੇ। ਉਸ ਘਰ ਦੇ ਵਿੱਚੋਂ ਜੰਕ ਫੂਡ ਆਊਟ ਹੋ ਗਿਆ ਅਤੇ ਅੱਲਾ ਦਾ ਸ਼ੁਕਰ ਹੈ ਉਹਨਾਂ ਦੇ ਡਾਕਟਰ ਦੇ ਫੇਰੇ ਜਿਹੜੇ ਨੇ ਘਟ ਗਏ ਔਰ ਉਹ ਬੜੇ ਹੈਲਦੀ ਸਮਾਰਟ ਲੱਗਣ ਲੱਗ ਪਏ। ਘਰ ਦੇ ਵਿੱਚੋਂ ਫਲਾਣੀ ਸ਼ੈ ਆਉਣ ਹੀ ਨਹੀਂ ਦਿੰਦੇ। ਇਸੇ ਤਰ੍ਹਾਂ ਵਰਜ਼ਿਸ਼ ਦੇ ਪਹਿਲੂ ਹੈਗੇ ਨੇ। ਇਹ ਹੁਣ ਜਿੰਨੀ ਕਿਸੇ ਦੀ ਆਪਣੇ ਅਜ਼ੀਜ਼ ਦੀ, ਦੋਸਤ ਦੀ, ਯਾਰ ਦੀ ਤੁਸੀਂ ਆਦਤ ਅਗਰ ਬਦਲਣੀ ਹੈ ਅਤੇ ਉਹ ਇਹਨਾਂ ਚੀਜ਼ਾਂ ਨੂੰ ਤੁਸੀਂ ਮੱਦੇਨਜ਼ਰ ਰੱਖ ਕੇ ਬਦਲ ਸਕਦੇ ਹੋ। ਤੀਸਰਾ ਇੱਕ ਪੁਆਇੰਟ ਹੈ ਕਿ ਮੋਨੀਟਰਿੰਗ, ਪ੍ਰੋਗਰੈਸ ਦੀ ਮੋਨੀਟਰਿੰਗ। ਇਹ ਹਿਊਮਨ ਨੇਚਰ ਹੈ ਕਿ ਬੰਦਾ ਰੋਜ਼ ਵਹਿੰਦਾ ਹੈ, ਅੱਜ ਜਿਵੇਂ ਵਰਜ਼ਿਸ਼ ਕੀਤੀ ਅਤੇ ਮੈਂ ਕੀ ਹਾਂ, ਕੱਲ੍ਹ ਮੈਂ ਜੇ ਜੰਕ ਫੂਡ ਛੱਡਿਆ ਅਤੇ ਅੱਜ ਮੈਂ ਕੀ ਹਾਂ, ਜੇ ਮੈਂ ਸਿਗਰਟ ਛੱਡਤੀ ਅੱਗੇ ਨਾਲੋਂ ਮੇਰੀ ਨੀਂਦ ਬਿਹਤਰ ਹੋਈ ਹੈ ਜਾਂ ਖਰਾਬ ਹੋਈ ਹੈ, ਜਾਂ ਪੈਰਾਮੀਟਰਸ ਇਹੋ ਜਿਹੇ। ਇਹ ਜਿਹੜੀ ਪ੍ਰੋਗਰੈਸ ਹੈ ਨਾ ਇਹਦੀ ਮੋਨੀਟਰਿੰਗ ਵੀ ਬੜੀ ਜ਼ਰੂਰੀ ਹੈ। ਮਿਸਾਲ ਦੇ ਤੌਰ 'ਤੇ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ, ਤੁਸੀਂ ਫੇਸਬੁੱਕ 'ਤੇ ਆਪਣੀ ਪੋਸਟ ਨੂੰ ਸ਼ੇਅਰ ਕਰਦੇ ਹੋ, ਫਿਰ ਤੁਸੀਂ ਵੀਲੌਗ ਕਰਦੇ ਹੋ ਅਤੇ ਤੁਹਾਡੇ ਜ਼ਿਹਨ 'ਚ ਹੁੰਦਾ ਹੈ, ਤੁਸੀਂ ਬਾਰ ਵਹਿੰਦੇ ਉੱਠ ਕੇ ਕਿ ਕਿੰਨੇ ਕੁ ਵਿਊਜ਼ ਆ ਗਏ ਨੇ, ਕਿੰਨੇ ਕੁ ਲੋਕਾਂ ਨੇ ਸ਼ੇਅਰ ਕਰ ਲਈ ਹੈ, ਕਿੰਨੇ ਕੁ ਲੋਕਾਂ ਨੇ ਸਬਸਕ੍ਰਾਈਬ ਕਰਤਾ ਮੇਰੇ ਚੈਨਲ ਨੂੰ। ਜਿਵੇਂ ਜਿਵੇਂ ਅੱਛੀ ਖਬਰ ਤੁਹਾਨੂੰ ਮਿਲਦੀ ਹੈ, ਅੱਛੀ ਖਬਰ ਵਾਲੇ ਪਾਸੇ ਤੁਸੀਂ ਮਾਇਲ ਹੁੰਦੇ ਹੋ। ਔਰ ਜਦੋਂ ਅੱਛੀ ਖਬਰਾਂ ਆਉਣੀਆਂ ਸ਼ੁਰੂ ਹੁੰਦੀਆਂ ਤਾਂ ਤੁਹਾਡੀ ਜਿਹੜੀ ਉਹ ਆਦਤ ਜਿਹੜੀ ਬੁਰੀ ਹੈ ਨਾ, ਉਹ ਜਾਂ ਰਵੱਈਆ ਤੁਹਾਡਾ ਬੁਰਾ ਹੈ ਨਾ, ਉਹ ਬਿਹਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਇਹ ਮੈਂ ਨਹੀਂ, ਇਹ ਜਿੰਨੇ ਵੀ ਇਸ ਦੁਨੀਆ 'ਤੇ ਦੀਨ ਨੇ ਨਾ, ਸਪਿਰਿਚੁਅਲ ਜਿੰਨੇ ਵੀ ਧਰਮ ਕਹਿ ਲਓ ਤੁਸੀਂ, ਉਹ ਸਾਰਿਆਂ ਦੇ ਵਿੱਚ ਹੀ ਉਮੀਦ ਦਿਲਾਈ ਗਈ ਹੈ, ਹੌਸਲਾ ਅਫਜ਼ਾਈ ਕੀਤੀ ਗਈ ਹੈ, ਹੌਸਲਾ ਸ਼ਿਕਨੀ ਨਹੀਂ ਕੀਤੀ ਗਈ। ਜਿਹਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਹਰ ਧਰਮ ਦੇ ਵਿੱਚ ਹੀ ਇਹ ਕਿਹਾ ਜਾਂਦਾ ਹੈ, ਰੱਬ ਨੂੰ ਮੰਨਣ ਵਾਲੇ ਜਿਹੜੇ ਨੂੰ ਮੰਨਦੇ ਨੇ ਕਿ ਰੱਬ ਨੇ ਇੱਕ ਵਾਰੀ ਨਹੀਂ ਬਾਰ ਆਖਿਆ ਕਿ ਯਾਰ ਤੂੰ ਜਿੰਨੇ ਵੀ ਗੁਨਾਹ ਕਰੇਗਾ ਨਾ ਅਤੇ ਮੈਨੂੰ ਇੱਕ ਵਾਰੀ ਮੇਰੇ ਦਰ 'ਤੇ ਆ ਜਾ, ਮੇਰੇ ਕੋਲ ਮਾफ़ੀ ਮੰਗ ਲੈ ਅਤੇ ਮੈਂ ਤੈਨੂੰ ਮਾफ़ੀ ਦੇ ਦਿਆਂਗਾ। ਔਰ ਜੇ ਤੈਨੂੰ ਮੈਂ ਮਾफ़ੀ ਦੇ ਦਿੱਤੀ ਅਤੇ ਇਹਦਾ ਮਤਲਬ ਹੈ ਕਿ ਤੂੰ ਉਹ ਸਾਰੀਆਂ ਹੀ ਜਜ਼ਾਵਾਂ ਦਾ, ਇਨਾਮਾਤ ਦਾ ਹੱਕਦਾਰ ਹੋ ਗਿਆ ਜਿਹੜੇ ਮੈਂ ਆਪਣੇ ਚੰਗੇ ਬੰਦਿਆਂ ਲਈ ਕੀਤੇ ਨੇ। ਜੇ ਜਾਏ ਕਿ ਇਹਦਾ ਅਗਰ ਡਾਰਕ ਸਾਈਡ ਵਿਖਾਈ ਜਾਂਦੀ, ਜੇ ਤੂੰ ਇਹ ਕੀਤਾ ਤਾਂ ਮੈਂ ਤੈਨੂੰ ਇਹ ਕਰ ਦਿਆਂਗਾ, ਦੱਸਿਆ ਹੈ ਵੀ ਉਹਦੀ ਸਜ਼ਾ ਆ ਹੈ, ਲੇਕਿਨ ਜ਼ੋਰ ਇਸ 'ਤੇ ਦਿੱਤਾ ਵੀ ਇਹ ਕਰੇਗਾ ਅਤੇ ਤੈਨੂੰ ਇਹ ਅੱਛਾ ਮਿਲ ਜਾਏਗਾ ਔਰ ਤੂੰ ਮੇਰੇ ਕੋਲ ਵਾਪਸ ਆ ਜਾਏਗਾ ਆਪਣੇ ਘਰ ਪਰਤ ਕੇ ਅਤੇ ਤੈਨੂੰ ਸਾਰੇ ਹੀ ਇਨਾਮਾਂ ਤੋਂ ਮਿਲ ਜਾਣਗੇ। ਅਗਰ ਤੂੰ 4 ਦਿਨ ਭੁੱਲ ਵੀ ਗਿਆ ਨਾ ਅਤੇ ਵਾਪਸ ਆਪਣੇ ਟਰੈਕ 'ਤੇ ਚੜ੍ਹ ਜਾ। ਇਹ ਉਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇਨਸਾਨ ਨੂੰ ਇਨਸਾਨੀਅਤ ਦੇ ਰਾਹ 'ਤੇ ਲਾ ਸਕਦੀਆਂ ਨੇ। ਜਿਹੜੇ ਕਿਸੇ ਦੀ ਭੈੜੀ ਆਦਤ ਹੈਗੀ ਹੈ, ਭੈੜਾ ਰਵੱਈਆ ਹੈਗਾ, ਉਹਨੂੰ ਛੁਡਾ ਸਕਦੀਆਂ ਨੇ।